ਅੱਜ ਅੰਮ੍ਰਿਤਸਰ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਗੁਰਜੀਤ ਸਿੰਘ ਔਜਲਾ ਦੇ ਘਰ ਕਈ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ। ਪ੍ਰੈਸ ਨਾਲ ਵਾਰਤਾ ਕਰਦੇ ਐਮਪੀ ਔਜਲਾ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਜਲਦ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਪਹੁੰਚੇ ਵਿਦਿਆਰਥੀਆਂ ਦੇ ਮਾਪਿਆਂ ਨੇ ਐਮਪੀ ਔਜਲਾ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਮੇਰਾ ਨਾਮ ਲਲਿਤ ਸ਼ਿੰਗਾਰੀ ਹੈ ਜੀ। ਮੇਰੀ ਬੇਟੀ ਹੈ ਉੱਥੇ ਖਾਰਕੀਵ ਦੇ ਵਿੱਚ 4th ਈਅਰ ਦਾ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੀ 4th ਈਅਰ ਮੈਡੀਕਲ ਦੀ ਸਟੂਡੈਂਟ ਹੈ। ਉਹ ਅੰਡਰ ਬੇਸਮੈਂਟ ਮਤਲਬ ਬੇਸਮੈਂਟ ਦੇ ਵਿੱਚ ਮੈਟਰੋ ਦੇ ਬੇਸਮੈਂਟ 'ਚ ਉਹ ਸਰਫਨੀਆ ਜਿਹੜਾ ਉਹਨਾਂ ਦਾ ਸਟੇਸ਼ਨ ਹੈ ਉਹਦੇ ਬੇਸਮੈਂਟ ਦੇ ਵਿੱਚ ਪਿਛਲੇ 5 ਦਿਨਾਂ ਤੋਂ ਉਹ ਕਹਿੰਦੀ ਰਹਿ ਰਹੇ ਅਤੇ ਕੋਈ ਸਾਧਨ ਨਹੀਂ ਗਾ, ਕੋਈ ਕੁਛ ਨਹੀਂ ਗਾ। ਉਹਨਾਂ ਕੋਲ ਜੋ ਕੁਛ ਹੈਗਾ ਸੀ, ਥੋੜ੍ਹੇ ਬਹੁਤੇ ਸਨੈਕਸ ਹੈਗੇ ਸੀ, ਉਹ ਉਹਨਾਂ ਨੇ ਇਸਤੇਮਾਲ ਕਰ ਲਿਆ, ਖਾ ਲਏ। ਪਾਣੀ ਵੀ ਥੋੜ੍ਹਾ ਵੀ ਲੈਂਦੇ ਆ। ਪਾਣੀ ਦੀ ਵੀ ਕਮੀ ਹੈ, ਖਾਣ ਪੀਣ ਦੀ ਵੀ ਕਮੀ ਹੈ, ਕਿਉਂਕਿ ਕੁਛ ਹੋ ਹੀ ਨਹੀਂ ਸਕਦਾ। ਉਹਨਾਂ ਦੇ ਜਿਹੜੇ ਹੈਗੇ ਆਪਣਾ ਕਹਿੰਦੀ ਮੈਂਟੋਰ ਹੈਗੇ ਆ ਆਪਣਾ ਡਾਕਟਰ ਕਰਨ ਸੰਧੂ, ਉਹ ਆਪਣਾ ਸੰਧੂ ਸਾਹਿਬ ਬੜੀ ਉਹਨਾਂ ਨਾਲ ਕਰਦੇ ਪਏ, ਕੋਆਪਰੇਸ਼ਨ ਕਰਦੇ ਪਏ, ਲੇਕਿਨ ਉਹ ਆਪ ਕਿਸੇ ਬੰਕਰ ਦੇ ਵਿੱਚ ਆ। ਤੁਹਾਡੀ ਬੇਟੀ ਗਈ ਸੀ? ਇਹ 4 ਸਾਲ ਹੋ ਗਏ। ਕੀ ਨਾਂ ਕੀ ਇਹਦਾ? ਟੀਨਾ। ਅਸੀਂ ਅੰਮ੍ਰਿਤਸਰ ਦੇ ਵਿੱਚ ਹੈਗੇ। ਗੱਲਬਾਤ ਹੁੰਦੀ ਪਈ ਤੁਹਾਡੀ ਉਹਨਾਂ ਨਾਲ? ਮੇਰੀ ਗੱਲਬਾਤ ਹੁੰਦੀ ਪਈ ਹੈ, ਵਿੱਚ ਹੁੰਦੀ ਪਈ ਗੱਲਬਾਤ। ਜਦੋਂ ਉਹਦਾ ਨੈਟ ਉਹ ਚੱਲਦਾ ਵਾ, ਲਾਈਟ ਆਉਂਦੀ ਆ, ਉਹ ਫਿਰ ਉਹਨੂੰ ਚਾਰਜ ਕਰਕੇ ਮੇਰੇ ਨਾਲ ਗੱਲ ਕਰਦੀ ਹੈ। ਸਰ ਕਿਹਾ ਜਾ ਰਿਹਾ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਤੇ ਕਾਫੀ ਬੱਚੇ ਆ ਤੇ ਜਗ੍ਹਾ ਸਪੇਸ ਘੱਟ ਹੈ, ਕਾਫੀ ਬੱਚੇ ਆ। ਉਹੀ ਮੈਂ ਕਹਿ ਰਿਹਾ ਕਿ ਉਹ ਬੇਸਮੈਂਟ ਵੀ ਹੁਣ ਜਿਹੜੀ ਹੈ ਕਿ ਨਹੀਂ ਉਹ ਗੰਦੀ ਹੁੰਦੀ ਪਈ ਆ। ਉਹਦੇ ਵਿੱਚ ਹੀ ਉਹਨਾਂ ਨੂੰ ਮਤਲਬ ਕਿ ਨਹੀਂ ਮੈਟਰੋ ਦੇ ਵਿੱਚ ਹੀ ਉਹਨਾਂ ਨੂੰ ਮਤਲਬ ਬੇਸਮੈਂਟ ਦੇ ਅੰਦਰ ਮੈਟਰੋ ਹੈ, ਮੈਟਰੋ ਜੀ ਉਹਨਾਂ ਨੂੰ ਰੱਖਿਆ ਜਾ ਰਿਹਾ। ਕਦੀ ਮੈਟਰੋ ਖੋਲ੍ਹ ਦਿੰਦੇ, ਕਦੀ ਉਹ ਬਾਹਰ ਆ ਜਾਂਦੇ ਆ, ਉਹ ਆਪਣਾ ਕਨੀ ਆਪਣਾ ਫਲੋਰ 'ਤੇ, ਕਦੀ ਉਹ ਅੰਦਰ ਕਨੀ ਚੱਲ ਜਾਂਦੇ ਆ। ਅਤੇ ਉਹ ਮਤਲਬ ਕਿ ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਐਮਪੀ ਸਾਹਿਬ ਨੂੰ ਮਿਲਣ ਆਏ ਹਾਂ ਅੱਜ। ਅਤੇ ਐਮਪੀ ਸਾਹਿਬ ਸਾਡੇ ਜਿਹੜੇ ਔਜਲਾ ਸਾਹਿਬ, ਇਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕੋਈ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਕਹਿਣ ਕਿ ਜੇ ਸਾਡੇ ਰਸ਼ੀਆ ਦੇ ਨਾਲ ਅੱਛੇ ਸੰਬੰਧ ਹੈਗੇ ਆ, ਜਦੋਂ ਅਸੀਂ ਕਹਿੰਦੇ ਹਾਂ ਕਿ ਰਸ਼ੀਆ ਸਾਡੀ ਗੱਲ ਸੁਣਦਾ, ਸਾਡਾ ਬੜਾ ਅੱਛਾ ਪੁਰਾਣਾ ਦੋਸਤ ਹੈ, ਸਾਡੇ ਸੰਬੰਧ ਹੈ, ਸਾਡੇ ਰਿਲੇਸ਼ਨ ਦਾ ਕੀ ਫਾਇਦਾ ਜੇ ਉਹ ਉਹਨਾਂ ਦੀ ਅੰਬੈਸੀ ਨੂੰ ਅਤੇ ਯੂਕਰੇਨ ਦੀ ਅੰਬੈਸੀ ਨੂੰ, ਦੋਵਾਂ ਅੰਬੈਸੀਆਂ ਨੂੰ ਆਪਣਾ ਕਿ ਨਹੀਂ ਆਪਣਾ ਮੈਸੇਜ ਨਾਲ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਵੀ ਉਹਨਾਂ ਨੇ ਕਨਵੇ ਕਰਨਾ, ਉਹਨਾਂ ਨੂੰ ਕਹਿਣ ਕਿ ਬਈ ਤੁਸੀਂ ਦੋਵੇਂ ਸੀਜ਼ ਫਾਇਰ ਕਰ ਦਿਓ, ਅਸੀਂ ਆਪਣੇ ਬੱਚੇ ਏਅਰਲਿਫਟ ਕਰ ਲਈਏ, ਜਾਂ ਰਸ਼ੀਆ ਉਹ ਮਤਲਬ ਸਾਡੇ ਕਨੀ ਬੱਚੇ ਉੱਥੋਂ ਬਾਹਰ ਕਢਾ ਦੇਵੇ ਆਪਣੇ ਫਲੈਗ ਲਗਾ ਕੇ। ਅਸੀਂ ਕਹਿੰਦੇ ਹਾਂ ਕਿ ਸਾਡੇ ਫਲੈਗ ਲੱਗ ਜਾਣ ਤੇ ਅਸੀਂ ਸੇਫ ਹੈਗੇ, ਅਤੇ ਸਾਡੇ ਬੱਚਿਆਂ ਦਾ ਬਸ ਸੋਚੋ। ਅੱਜ ਅਸੀਂ ਜਿਹੜੇ ਯੂਕਰੇਨ ਦੇ ਵਿੱਚ ਸਾਡੇ ਵਿਦਿਆਰਥੀ ਫਸੇ ਨੇ ਜਾਂ ਜਿਹੜੇ ਦੂਸਰੇ ਵੀ ਲੋਕ ਫਸੇ ਨੇ, ਖਾਸ ਕਰ ਵਿਦਿਆਰਥੀ ਨੇ ਜ਼ਿਆਦਾ ਪੰਜਾਬ ਦੇ ਔਰ ਅੰਮ੍ਰਿਤਸਰ ਦੇ। ਅੱਜ ਅੰਮ੍ਰਿਤਸਰ ਦੇ ਜਿੰਨੇ ਪਰਿਵਾਰ ਮੇਰੇ ਕੋਲ ਜਿਹੜੇ ਲਿਸਟਡ ਸੀ, ਉਹਨਾਂ ਸਾਰਿਆਂ ਨੂੰ ਅੱਜ ਬੁਲਾ ਕੇ ਉਹਨਾਂ ਦੇ ਮਾਂ-ਬਾਪ ਨੂੰ ਮਿਲਿਆ ਔਰ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਔਰ ਉੱਥੇ ਬਹਿ ਕੇ ਉਹਨਾਂ ਤੋਂ ਵੀ ਵਿਚਾਰ ਲਿਆ ਕਿ ਤੁਸੀਂ ਕੀ ਚਾਹੁੰਦੇ ਅਸੀਂ ਜਿਹੜੀ ਹੈਲਪ ਕਰ ਸਕੀਏ। ਮੁਸ਼ਕਿਲ ਹੁਣ ਇਸ ਗੱਲ ਦੀ ਹੈ ਕਿ ਜਿਵੇਂ ਖਾਰਕੀਵ ਹੈ ਜਿਹੜਾ ਏਰੀਆ ਯੂਕਰੇਨ ਦਾ, ਉਹ ਜਿੱਥੇ ਬਾਰਡਰ ਪੋਲੈਂਡ ਦਾ ਖੁੱਲ੍ਹਾ ਜਾਂ ਰੋਮਾਨੀਆ ਦਾ, ਉੱਥੋਂ ਤੱਕ ਆਉਣਾ ਬੜਾ ਮੁਸ਼ਕਿਲ ਹੈ। ਜਾਂ 1500 ਕਿਲੋਮੀਟਰ ਦੇ ਕਰੀਬ ਪੈ ਜਾਂਦਾ, 1400-1500। ਉਹਨਾਂ ਨੂੰ ਰਸ਼ੀਆ ਲਾਗੇ ਪੈਂਦਾ, ਬੈਲਾਰੂਸ ਲਾਗੇ ਪੈਂਦਾ। ਹੁਣ ਇਹਨਾਂ ਦੀ ਮਸਲਾ ਇਹ ਸੀ ਕਿ ਤੁਸੀਂ ਜਿਹੜੀ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਕਹੋ ਜੀ ਬੈਲਾਰੂਸ ਜਾਂ ਰਸ਼ੀਆ ਰਾਹੀਂ ਬੱਚਿਆਂ ਨੂੰ ਕੱਢਿਆ ਜਾਵੇ। 50-60 ਕਿਲੋਮੀਟਰ ਹੈ। ਕੁਛ ਏਰੀਆ ਜਿਹੜਾ ਕੀਵ ਦਾ ਉਹ ਉੱਧਰ ਸੀ ਲੱਗ ਜਾਂਦਾ ਲਾਗੇ, ਉਹਦੇ ਸੀ ਦੇ ਰਸਤੇ ਵੀ ਜਿਹੜੇ ਸਾਡੇ ਰੈੱਡ ਸੀ, ਜਿਹੜੇ ਸਾਡੇ ਵੱਡੇ ਜਹਾਜ਼ ਖਲੋਤੇ ਨੇ, ਉਹਨਾਂ ਰਾਹੀਂ ਵੀ ਬੱਚੇ ਕੱਢੇ ਜਾ ਸਕਦੇ ਆ। ਸੋ ਮੇਰਾ ਮਕਸਦ ਹੈ ਕਿ ਜਿਹੜੀ ਸਰਕਾਰ ਹੈ ਉਹ ਗੈਰ ਜ਼ਿੰਮੇਵਾਰਾਨਾ ਜਿਹੜਾ ਰੋਲ ਅਦਾ ਕਰ ਰਹੀ ਹੈ, ਜੋ ਇਹਨਾਂ ਦੀ ਫੀਲਿੰਗ ਤੋਂ ਮਿਲਿਆ। ਕਿਉਂਕਿ ਜਿਹੜੇ ਐਮਬੈਸੀ ਦੇ ਵਿੱਚ ਆਰਡਰ ਕੋਈ ਦਿੰਦੇ ਨੇ, ਰਾਤ ਨੂੰ ਇਹਨਾਂ ਕਹਿ ਦਿੱਤਾ ਜਿਵੇਂ ਕਿ ਤੁਸੀਂ ਚਲੇ ਜਾਓ ਸਟੇਸ਼ਨ ਵੱਲ ਨੂੰ ਚਲੇ ਜਾਓ ਜਾਂ ਨਿਕਲ ਜਾਓ। ਹੁਣ ਸਵੇਰੇ ਆਰਡਰ ਕਹਿ ਰਹੇ ਨਹੀਂ ਨਿਕਲੋ, ਜਦੋਂ ਇਹਨਾਂ ਨੂੰ ਪਤਾ ਕਿ ਉੱਥੇ ਸ਼ੈਲਿੰਗ ਹੋ ਰਹੀ ਹੈ, ਬੰਬਾਰਡਮੈਂਟ ਹੋ ਰਹੀ ਹੈ। ਜਿੰਨਾ ਚਿਰ ਤੁਹਾਡੀ ਕਿਸੇ ਸਰਕਾਰ ਨਾਲ ਗੱਲ ਨਹੀਂ ਮੁੱਕਦੀ, ਤੁਸੀਂ ਆਪਣੀ ਐਮਬੈਸੀਆਂ ਤੋਂ ਕਿਵੇਂ ਇਹ ਆਰਡਰ ਦੇ ਪਾਸ ਕਰ ਸਕਦੇ? ਸੋ ਜਿਹੜੇ ਇਹਨਾਂ ਦੀ ਐਡਵਾਈਜ਼ਰੀਆਂ ਵੀ ਨਿਕਲਦੀਆਂ ਨੇ, ਉਹ ਗਰਾਊਂਡ ਹਕੀਕਤ ਤੋਂ ਬਹੁਤ ਦੂਰ ਨੇ। ਐਡਵਾਈਜ਼ਰੀਆਂ ਕੱਢ ਦਿੰਦੇ ਆ ਕਿ ਤੁਸੀਂ ਪਹਿਲਾਂ ਗੂਗਲ 'ਤੇ ਆਪਣਾ ਰਜਿਸਟਰਡ ਹੋ ਜੀ, ਫਿਰ ਤੁਸੀਂ ਬਾਰਡਰਾਂ ਨੂੰ ਚੱਲੋ ਜੀ। ਹੁਣ ਉੱਥੇ ਨਾ ਕਿਤੇ ਇੰਟਰਨੈਟ ਆ, ਲਾਈਟ ਹੈ ਨਹੀਂ ਗੀ, ਬੱਚੇ ਕਿਸ ਹਾਲਾਤ 'ਚ ਨੇ। ਤੁਹਾਡੇ ਕੋਲ ਜਦੋਂ ਇੰਡੀਅਨ ਪਾਸਪੋਰਟ ਹੈ, ਤੁਸੀਂ ਆਪਣੇ ਬਾਰਡਰਾਂ ਦੇ ਉੱਤੇ ਖੜੇ ਕਰੋ ਆਪਣੇ ਐਮਬੈਸੀਆਂ ਦੇ ਬੰਦੇ, ਜਿਹਦੇ ਕੋਲ ਇੰਡੀਅਨ ਪਾਸਪੋਰਟ ਹੈ ਤੁਸੀਂ ਰੈਕੋਗਨਾਈਜ਼ ਕਰੋ, ਉਹਨੂੰ ਚੈੱਕ ਕਰ ਲਓ ਇੱਕ ਸਾਈਡ 'ਤੇ ਬਿਠਾ ਕੇ, ਉਹਨਾਂ ਨੂੰ ਅੰਦਰ ਕਰੀ ਜਾਓ। ਹੁਣ ਪੋਲੈਂਡ ਦੇ ਬਾਰਡਰ ਦੇ ਉੱਤੇ ਜਿਹੜੇ ਆ ਉਹ ਮੁਸ਼ਕਿਲਾਂ ਆਈਆਂ ਨੇ, ਕਿਉਂਕਿ ਉਹਨਾਂ ਨੇ ਕੋਈ ਗੂਗਲ ਰਾਹੀਂ ਨਹੀਂ ਡਾਊਨਲੋਡ ਫਾਰਮ ਹੋ ਸਕੇ, ਨਹੀਂ ਰਜਿਸਟਰਡ ਹੋ ਸਕੇ, ਉਹਨਾਂ ਨੂੰ ਰਿਸੀਵ ਨਹੀਂ ਕਰ ਰਹੇ। ਇੱਥੇ ਬਹਿ ਕੇ ਐਡਵਾਈਜ਼ਰੀਆਂ ਜਾਰੀ ਕਰ ਦਿੰਦੇ। ਦੂਜਾ ਅੰਬੈਸੀਆਂ ਜਿਹੜੀਆਂ ਨੇ ਉਹ ਰਾਸ਼ਨ ਪਾਣੀ ਵੀ ਨਹੀਂ ਪਹੁੰਚਾ ਰਹੀਆਂ, ਰਸਦ ਮੁੱਕੀ ਜਾ ਰਹੀ ਬੱਚਿਆਂ ਦੇ ਕੋਲ। ਬੱਚਿਆਂ ਦੇ ਪੇਰੈਂਟਸ ਜਿਹੜੇ ਉਹ ਬਹੁਤ ਮਤਲਬ ਘਬਰਾਏ ਹੋਏ ਆ। ਅਸੀਂ ਉਹਨਾਂ ਸਾਰਿਆਂ ਨੇ ਇਹੀ ਰਿਕੁਐਸਟ ਕਰ ਰਹੇ ਕਿ ਤੁਸੀਂ ਘਬਰਾਓ ਨਾ, ਅਸੀਂ ਆਪਣੇ ਵੱਲੋਂ ਪੂਰੇ ਐਫਰਟ ਕਰ ਰਹੇ ਹਾਂ। ਔਰ ਇੱਕ ਦੇ ਦਿਨ ਦੇ ਵਿੱਚ ਅਸੀਂ ਜਿਹੜਾ ਦਿੱਲੀ ਜਾ ਕੇ ਪੂਰਾ ਇਹਨਾਂ ਦੇ ਨਾਲ ਕੱਲ੍ਹ ਪਹੁੰਚ ਜਾਣਾ ਹੈ ਔਰ ਸਰਕਾਰ ਦੇ ਵਿਰੁੱਧ ਅਸੀਂ ਇਹ ਐਜੀਟੇਸ਼ਨ ਕਰਨਾ ਵੀ, ਐਜੀਟੇਸ਼ਨ ਵੀ ਕਰਾਂਗੇ। ਅਸੀਂ ਬੱਚੇ ਆਪਣੇ ਨੂੰ ਇੱਦਾਂ ਨਹੀਂ ਰਹਿਣ ਦੇਣਾ। ਉੱਥੇ ਹੁਣ ਜਿਵੇਂ ਕਿੰਨੇ ਬੱਚੇ ਹਨ ਉੱਥੇ ਜੀ? ਉੱਥੇ ਜਿਵੇਂ ਹੁਣ ਖਾਰਕੀਵ 'ਚ ਕਹਿ ਰਹੇ ਕੋਈ 4000 ਕਹਿ ਰਿਹਾ, ਕੋਈ 4500 ਕਹਿ ਰਿਹਾ, ਉਹਦੇ ਅਲੱਗ-ਅਲੱਗ ਨੇ ਬੱਚਿਆਂ ਦੇ ਜਿੱਥੇ ਤੱਕ ਕਿਸੇ ਦੀ ਮਤਲਬ ਗੱਲਬਾਤ ਹੋਈ ਆ। ਪਰ ਅਸੀਂ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਇਹ ਬੱਚੇ ਨੇ ਉੱਥੋਂ ਸਰਕਾਰ ਕੱਢਣ ਦਾ ਕੋਈ ਨਾ ਕੋਈ ਤਰੀਕੇ ਦੇ ਨਾਲ, ਚਾਹੇ ਰਸ਼ੀਆ ਦੇ ਨਾਲ ਗੱਲ ਕਰੇ ਕਿ ਤੁਸੀਂ ਸਾਡੇ ਬੱਚੇ ਤੇ ਚਲੋ ਬਾਹਰ ਆਉਣ ਲੈਣ ਦਿਓ,
ਇਹ ਸਰਕਾਰ ਕਰ ਸਕਦੀ ਹੈ। ਹੁਣ ਮੋਦੀ ਸਾਹਿਬ ਸਾਰੇ ਹੁਣ ਲੋਕੀ ਉਹਨਾਂ ਨੂੰ ਫੋਲੋ ਕਰ ਰਹੇ ਆਂਦੇ ਜੀ, ਉਹ ਤਾਂ ਕਦੀ ਕਿਤੇ ਜਾ ਕੇ ਮਤਲਬ ਗੱਲ ਕਰ ਰਹੇ। ਮਨ ਕੀ ਬਾਤ ਦੇ ਵਿੱਚ ਉਹਨਾਂ ਇੱਕ ਵਾਰੀ ਵੀ ਨਹੀਂ ਇਹ ਜ਼ਿਕਰ ਕੀਤਾ ਕਿ ਬੱਚੇ ਸਾਡੇ ਫਸੇ ਨੇ, 20,000 ਬੱਚਾ ਹਿੰਦੁਸਤਾਨ ਦਾ ਫਸਿਆ ਹੋਵੇ, ਤੁਹਾਡੇ ਮਨ ਤੇ ਕੋਈ ਦਰਦ ਹੀ ਨਾ ਹੋਵੇ ਇਸ ਗੱਲ ਦਾ। ਸੋ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ 3 ਦਿਨ ਦੇ ਤੋਂ ਸਾਡੇ ਮਤਲਬ ਜਿਹੜੇ ਸਾਡੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਜਿਹੜੇ ਈਮੇਲ ਨੇ ਉਹਨਾਂ ਦਾ ਤੁਸੀਂ ਰਿਪਲਾਈ ਨਹੀਂ ਦੇ ਰਹੇ, ਉਹ ਆਊਟੋ ਰਿਪਲਾਈ ਤੇ ਲਾਇਆ ਹੈ। ਜਦੋਂ ਤੁਸੀਂ ਸਾਨੂੰ ਰਿਪਲਾਈ ਨਹੀਂ ਦਿਓਗੇ ਅਸੀਂ ਲੋਕਾਂ ਨੂੰ ਕੀ ਦੱਸਾਂਗੇ? ਔਜਲਾ ਸਾਹਿਬ ਜਿਹੜੀ ਵੀਡੀਓ ਉੱਥੋਂ ਵਾਇਰਲ ਹੋ ਰਹੀ ਹੈ, ਲੱਗਦਾ ਕਿ ਖਤਰਾ ਵੱਧ ਰਿਹਾ? ਖਤਰਾ ਵੱਧ ਰਿਹਾ ਜੀ। ਉਹਨੇ ਤੇ ਹੁਣ ਰਸ਼ੀਆ ਨੇ ਕਹਿ ਦਿੱਤਾ ਕਿ ਅਸੀਂ ਜਿਹੜੇ ਨਿਊਕਲੀਅਰ ਨੇ ਅਸੀਂ ਜਿਹੜੇ ਸਾਡੇ ਵੈਪਨ ਨੇ ਅਸੀਂ ਐਕਟਿਵ ਕਰ ਲਏ ਨੇ। ਹੁਣ ਉਹਦੇ ਨਾਲ ਬੱਚੇ ਹੋਰ ਪਰੇਸ਼ਾਨ ਨੇ। ਇਹ ਕਹਿੰਦੇ ਨਿਊਕਲੀਅਰ ਬਾਹਰ ਲੱਗ ਗਈ ਤੇ ਬੱਚੇ ਨਿਕਲ ਨਾ ਪਾਏ ਤੇ ਕਿੱਥੇ ਜਾਣਗੇ? ਖਾਣ ਪੀਣ ਦੀ ਕਾਫੀ ਪ੍ਰੋਬਲਮ ਆ ਰਹੀ ਸਰ। ਸ਼ਾਮ ਨੂੰ ਅਜਿਹਾ ਵੀ ਹੈਗਾ। ਅਸੀਂ ਦੇਖੋ ਅਰਦਾਸ ਵੀ ਕਰਦੇ ਉਹਨਾਂ ਅੱਗੇ, ਬੇਨਤੀ ਵੀ ਕਰਦੇ ਰਸ਼ੀਅਨ ਗਵਰਨਮੈਂਟ ਅੱਗੇ ਵੀ ਔਰ ਯੂਕਰੇਨ ਗਵਰਨਮੈਂਟ ਅੱਗੇ ਵੀ, ਤੁਹਾਡੀਆਂ ਲੜਾਈਆਂ ਹੋ ਸਕਦੀਆਂ ਪਰ ਸਾਡੇ ਬੱਚੇ ਜਿਹੜੇ ਤੁਹਾਡੀ ਇਕਨੋਮੀ ਚਲਾਉਂਦੇ ਯੂਕਰੇਨ ਦੀ, ਜਿਨ੍ਹਾਂ ਨੇ ਮਤਲਬ 20,000 ਤੇ ਸਾਡਾ ਹੀ ਇਕੱਲਾ, ਬਾਕੀ ਕੰਟਰੀਆਂ ਦੇ ਵੀ ਹੋਣਗੇ। ਤੁਸੀਂ ਘੱਟੋ ਘੱਟ ਇਹਨਾਂ ਬਾਰੇ ਤੇ ਸੋਚੋ। ਤੁਸੀਂ ਆਪਣੀ ਜਿੱਤ ਆਪਣੀ ਪੱਗ ਦੀ ਲੜਾਈ ਬਾਅਦ ਚ ਲੜਦੇ ਰਹੋ। ਸਾਡੇ ਜਿਹੜੇ ਬੱਚੇ ਲੱਖਾਂ ਜਿਨ੍ਹਾਂ ਦੇ ਤੁਹਾਡਾ ਰੈਵਨਿਊ ਚੱਲ ਰਿਹਾ ਸਾਰੀ ਕੰਟਰੀ ਦਾ, ਉਹ ਉਹਨਾਂ ਬਾਰੇ ਤੇ ਸੋਚੋ। ਤੇ ਕਹਿਤਾ ਵੀ ਨਾ ਯੂਕਰੇਨ ਚ ਕੋਈ ਆਵੇ ਨਾ ਜਾਵੇ, ਐਮਰਜੈਂਸੀ ਲੱਗੀ ਆ, ਕਰਫਿਊ ਲੱਗੇ ਨੇ, ਤੁਸੀਂ ਕਿਵੇਂ ਮੂਵ ਕਰੋਗੇ? ਕੀ ਪਤਾ ਕੋਈ ਰਸ਼ੀਆ ਵਾਲਾ ਕੋਈ ਨੁਕਸਾਨ ਕਰਦੇ ਜਾਂ ਕੋਈ ਯੂਕਰੇਨ ਵਾਲੇ ਕਰਦੇ। ਫਿਰ ਇਹ ਸਾਹਮਣੇ ਆ ਰਿਹਾ ਕਿ ਉੱਥੇ ਜਿਹੜੇ ਇੰਡੀਅਨ ਫਸੇ ਆ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ ਵੀ ਹਥਿਆਰ ਚੁੱਕੋ ਤੇ ਲੜਾਈ ਕਰੋ ਯੂਕਰੇਨ ਦੀ ਫੇਵਰ ਚ ਤੇ ਰਸ਼ੀਆ ਦੇ ਅਗੇਂਸਟ। ਦੇਖੋ ਮੈਂ ਜਿੰਨੀ ਕਜੇ ਸਾਰਿਆਂ ਪੇਰੈਂਟਸ ਨਾਲ ਗੱਲ ਕੀਤੀ, ਮੇਰੇ ਧਿਆਨ 'ਚ ਗੱਲ ਨਹੀਂ ਆਈ, ਪਰ ਜੇ ਆ ਰਹੀ ਹੈ ਇਹ ਗੱਲ ਨਹੀਂ ਕਰਨੀ ਚਾਹੀਦੀ। ਹੁਣ ਜਿਹੜੇ ਬੱਚੇ ਪੜ੍ਹਨਗੇ ਡਾਕਟਰ, ਉਹ ਕੀ ਲੜਾਈ ਲੜਨਗੇ? ਉਹ ਤੇ ਗੋਲੀ ਦੇ ਕੇ ਸਿੱਧਾ ਉਹਨਾਂ ਕੇ ਖਿਲਾਰ ਦੇਣਾ ਵੀ ਇਹਨਾਂ ਨੂੰ ਮਾਰ ਲਓ। ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਵੀ ਯੂਕਰੇਨ ਦੇ ਸੈਨਿਕਾਂ ਵੱਲੋਂ ਉਹਨਾਂ ਨੂੰ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ। ਮਾਰਿਆ, ਮੈਂ ਤੁਹਾਨੂੰ ਦੱਸ ਰਿਹਾ ਨਾ ਜੀ। ਯੂਕਰੇਨ ਨੇ ਹੁਣ ਕੀ ਕੀਤਾ, ਜਿੱਦਾਂ ਪੋਲੈਂਡ ਨੂੰ ਬੱਚੇ ਵੱਧ ਰਹੇ ਸੀ, ਉਹਨਾਂ ਨੇ ਹੁਣ ਸਾਡੇ ਤੇ ਦਬਾਅ ਬਣਾਉਣ ਲਈ, ਕਿਉਂਕਿ ਇੰਡੀਆ ਨੇ ਨਿਊਟਰਲ ਰਿਹਾ, ਇੰਡੀਆ ਨੇ ਉਹਦੇ ਹੱਕ 'ਚ ਵੋਟ ਨਹੀਂ ਕੀਤੀ, ਨਾ ਉਹਨਾਂ ਦੇ ਹੱਕ 'ਚ ਕੀਤੀ ਹੈ। ਉਹਨਾਂ ਨੂੰ ਸਾਡੇ ਬੱਚੇ ਯੂਕਰੇਨ ਫੋਰਸ ਨੇ ਰੋਕਣੇ ਸ਼ੁਰੂ ਕਰ ਦਿੱਤੇ ਕਿ ਪੋਲੈਂਡ ਨਾ ਪਹੁੰਚਣ, ਰਸਤੇ 'ਚ ਉਹਨਾਂ ਰੋਕਤੇ, ਤੁਹਾਨੂੰ ਅਸੀਂ ਨਹੀਂ ਜਾਣ ਦੇਣਾ ਇੰਡੀਅਨਸ ਨੂੰ। ਉਹ ਹੁਣ ਲੜਾਈ ਦੋਵਾਂ ਮੁਲਕਾਂ ਦੀ ਹੈ, ਪਰ ਪਿਸ ਵਿੱਚ ਮਾਪੇ ਰਹੇ ਨੇ ਸਾਡੇ, ਜਿਨ੍ਹਾਂ ਨੇ ਕਰੋੜ ਰੁਪਈਆ ਇੱਕ MBBS ਬਣਾਉਣਾ ਤੇ ਡਾਕਟਰ ਬਣਾਉਣਾ ਤੇ ਬੱਚੇ ਦਾ ਲੱਗਦਾ। ਇੰਡੀਆ ਦੀ ਡਿਪਲੋਮੈਸੀ ਇੱਥੇ ਕਿਤੇ ਨਾ ਕਿਤੇ ਫੇਲ ਹੋਈ ਹੈ। ਬਿਲਕੁਲ 100% ਫੇਲ ਹੋਈ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਇਹਨਾਂ ਨੂੰ 4 ਦਿਨ ਦਾ ਕੋਈ ਰਿਪਲਾਈ ਨਹੀਂ ਦੇ ਰਿਹਾ, ਆਊਟੋ ਰਿਪਲਾਈ ਤੇ ਲੱਗੇ। ਜੇ ਮੇਲ ਦਾ ਤੁਸੀਂ ਰਿਪਲਾਈ ਨਹੀਂ ਦੋਗੇ, ਜੋ ਕੰਪਲੇਂਟ ਆਉਂਦੀ ਆ ਅਸੀਂ ਮੇਲ ਕਰ ਰਹੇ ਹਾਂ ਅਗਲੇ ਬੰਨੇ, ਹੁਣ ਮੇਲ ਦਾ ਰਿਪਲਾਈ ਤੇ ਦਿਓ। ਹੁਣ ਪਹਿਲਾਂ ਰਿਪਲਾਈ ਆਇਆ 2 ਦਿਨ ਬਾਅਦ 'ਚ, ਹੁਣ ਆਊਟੋ ਰਿਪਲਾਈ ਤੇ ਲਾਤੀਆਂ ਨੇ, ਨਾ PMO ਤੋਂ, ਨਾ ਜਿਹੜਾ ਯੂਕਰੇਨ ਦਾ ਵਾਰ ਰੂਮ ਬਣਾਇਆ MEA 'ਚੋਂ, ਨਾ ਉਹਦੇ ਵੱਲੋਂ ਕੋਈ ਰਿਪਲਾਈ ਆ ਰਹੀ ਹੈ। ਜਿਹੜਾ ਅੰਮ੍ਰਿਤਸਰ 'ਚ ਕੰਟਰੋਲ ਰੂਮ ਬਣਾਇਆ ਗਿਆ ਉੱਥੇ ਕਿੰਨੇ ਬੱਚੇ ਦੱਸੇ ਜਾ ਰਹੇ ਅੰਮ੍ਰਿਤਸਰ ਦੇ ਖਾਸ? ਜਿਹੜਾ ਦੇਖੋ ਜਿਹੜਾ ਮੇਰੇ ਆਫਿਸ ਤੋਂ ਆ, ਮੈਂ ਕਰੀਬ 100 ਤੋਂ ਵੱਧ ਬੱਚਿਆਂ ਦੀ ਅਸੀਂ ਡਿਟੇਲ ਜਿਹੜੀ ਮੇਰੇ ਕੋਲ ਆਈ ਆ, ਅਸੀਂ ਵਿਦ ਉਹਨਾਂ ਦਾ ਪਾਸਪੋਰਟ ਕਾਪੀ ਪਲੱਸ ਉਹਨਾਂ ਦਾ ਉੱਥੋਂ ਦਾ ਐਡਰੈਸ, ਉੱਥੋਂ ਦੇ ਫੋਨ ਨੰਬਰ, ਪਲੱਸ ਉਹਦੇ ਘਰਦਿਆਂ ਦਾ ਇੱਥੋਂ ਦਾ ਐਡਰੈਸ, ਇੱਥੋਂ ਦੇ ਫੋਨ ਨੰਬਰ ਕਰਕੇ ਅਸੀਂ MEA ਨੂੰ ਭੇਜ ਰਹੇ ਹਾਂ। MEA ਨੇ 2 ਦਿਨ ਸਾਡੇ ਕੋਲ ਸਾਰਾ ਕੁਝ ਬਹੁਤ ਮੰਗਿਆ ਵੀ ਤੁਹਾਡਾ ਵਾਕਿਆ ਹੀ ਜਿਹੜਾ ਡਾਟਾ ਜਿਸ ਤਰੀਕੇ ਨਾਲ ਤੁਸੀਂ ਭੇਜ ਰਹੇ ਸਾਡੇ ਲਈ ਬੜਾ ਲਾਹੇਵੰਦ ਹੈ, ਪਰ ਹੁਣ MEA ਦਾ ਜਵਾਬ ਦੇਣਾ ਵੀ ਬੰਦ ਹੋ ਗਿਆ। ਹੁਣ ਜਿਵੇਂ ਉੱਥੇ ਫੂਡ ਮੁੱਕ ਰਿਹਾ, ਐਮਬੈਸੀ ਦੇ ਵਿੱਚ ਰਾਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਹਨਾਂ ਕੋਲ ਇੰਨੀਆਂ ਐਮਬੈਸੀਆਂ ਨੇ ਲਾਗੇ, ਤੁਸੀਂ ਕੋਈ ਨਾ ਕੋਈ ਤਰੀਕਾ ਡਿਪਲੋਮੈਟ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚ ਕਰੋ, ਪਰ ਉੱਥੇ ਬਿਲਕੁਲ ਕੋਈ ਫੂਡ ਦਾ ਪ੍ਰਬੰਧ ਨਹੀਂ ਹੋ ਰਿਹਾ। ਐਮਬੈਸੀਆਂ ਨੇ ਹੱਥ ਖੜੇ ਕਰ ਦਿੱਤੇ ਆ। ਬੱਚੇ ਜਿਹੜੇ ਉੱਥੇ ਆ, ਕਈਆਂ ਕੋਲ ਰਾਸ਼ਨ ਮੁੱਕ ਗਿਆ ਵਾ। ਔਰ ਇੱਥੇ ਇੱਕ ਡਾਕਟਰ ਜਿਨ੍ਹਾਂ ਨੇ ਡਾਕਟਰ ਸੰਧੂ ਨੇ, ਉਹ ਵਿਚਾਰੇ ਪੂਰੀ ਉੱਥੇ ਦੇਖੋ ਖਾੜਗੀ ਵਿੱਚ ਪੂਰੀ ਮਦਦ ਕਰ ਰਹੇ ਆ। ਸਾਰੇ ਉਹਨਾਂ ਦੀ ਤਾਰੀਫ ਕਰਦੇ, ਮੈਂ ਵੀ ਉਹਨਾਂ ਦੀ ਤਾਰੀਫ ਕਰਦਾ। ਉਹ ਅੱਜ ਹੁਣੋਂ ਗੱਲ ਹੋ ਰਹੀ ਸੀ, ਹੁਣ ਉੱਥੇ ਰਾਤ ਹੈ, ਪਰ ਉਹ ਕਹਿੰਦੇ ਸ਼ੈਲਿੰਗ ਬੰਦ ਹੋਈ ਹੈ, ਮੈਂ ਦੂਜੀ ਬੇਸਮੈਂਟ 'ਚ ਰਾਸ਼ਨ ਪਹੁੰਚਾਉਣ ਜਾ ਰਿਹਾ, ਹਰਦੀਪ ਸਿੰਘ ਹੁਣੀ। ਸੋ ਚੰਗੇ ਬੰਦੇ ਵੀ ਹੈਗੇ, ਉਹ ਉੱਥੇ ਭਾਵੇਂ ਬੱਚੇ ਉਹਨਾਂ ਦੇ ਰਾਹੀਂ ਗਏ ਆ, ਪਰ ਉਹ ਅੱਜ ਜੰਗ ਦੇ ਮਾਹੌਲ ਦੇ ਵਿੱਚ ਉਹਨਾਂ ਸਾਰਿਆਂ ਦੀ ਮਦਦ ਕਰ ਰਹੇ। ਮੈਂ ਉਸ ਬੰਦੇ ਦੀ ਤਾਰੀਫ ਕਰਦਾ, ਪਰ ਸਰਕਾਰ ਦੇ ਜਿਹੜੇ ਮੁਲਾਜ਼ਮ ਉੱਥੇ ਬੈਠੇ ਨੇ, ਜਿਹੜੇ 5-5 7-7 ਲੱਖ ਰੁਪਈਆ ਪੇ ਲੈਂਦੇ ਨੇ, ਜਿਨ੍ਹਾਂ ਨਾਲ ਸਾਰਾ ਖਰਚਾ ਸਰਕਾਰ ਚੱਲਦੀ ਹੈ, ਉਹ ਜਿੰਦਰੇ ਮਾਰ ਕੇ ਅੰਦਰ ਬੈਠ ਗਏ ਨੇ। ਜਿਹੜੇ ਸਾਡੇ ਸਿਵਲ ਲੋਕ ਨੇ, ਕਈ NGOs ਨੇ, ਉਹ ਮਦਦ ਲਈ ਬਾਹਰ ਨਿਕਲ ਰਹੇ, ਉਹ ਬੰਬਾਰਡਮੈਂਟ 'ਚ ਹੀ ਨਿਕਲ ਰਹੇ ਆ। ਇਹ ਸਿਰਫ ਤਨਖਾਹਾਂ ਲੈਣ ਨੂੰ ਉੱਥੇ ਰੱਖੇ ਐਮਬੈਸੀਆਂ ਦੇ ਵਿੱਚ ਵੀ ਸਿਰਫ ਤਨਖਾਹਾਂ ਹੀ ਲੈਣੀਆਂ ਨੇ। ਔਜਲਾ ਸਾਹਿਬ, ਜਿਹੜੀ ਇੰਡੀਅਨ ਗਵਰਨਮੈਂਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗ ਰਿਹਾ ਫਿਰ ਇਹ ਦਿਖਾਵਾ ਹੀ ਹੈ? ਉਹ ਗਰਾਊਂਡ ਰਿਐਲਿਟੀ ਤੋਂ ਬੜੀ ਦੂਰ ਹੈ। ਸਿਰਫ ਜਿਹੜਾ ਕਹਿ ਰਹੇ ਬਾਹਰ ਨਾ ਨਿਕਲੋ, ਤਾਂ ਸਾਰੇ ਕਹਿ ਰਹੇ ਬਾਹਰ ਨਾ ਨਿਕਲੋ। ਹੁਣ ਰਾਤ ਐਮਬੈਸੀਆਂ ਨੇ ਕਹਿ ਦਿੱਤਾ, ਜਦੋਂ ਐਮਬੈਸੀ ਚਾਹੁੰਦੀ ਹੈ ਕਿ ਸਾਡੇ ਕੋਲ ਚਲੇ ਜਾਣ, ਆਪੇ ਇਹਨਾਂ ਕੋਈ ਸਕੀਮ ਬਣਾ ਦਿੰਦੇ ਕਿ ਤੁਸੀਂ ਰੇਲਵੇ ਸਟੇਸ਼ਨ ਤੇ ਚਲੇ ਜਾਓ। ਥੋੜੇ ਦਿਨ ਪਹਿਲਾਂ ਕੀਪ ਚੋੜੇ ਬੱਚੇ ਗਏ ਰੇਲਵੇ ਸਟੇਸ਼ਨ ਤੇ, ਉਹਨਾਂ ਨੂੰ ਭੇਜਤਾ, ਟਿਕਟਾਂ ਤੁਹਾਡੀਆਂ ਹੋ ਗਈਆਂ, ਅੱਗੋਂ ਸਾਰੇ ਉਹਨਾਂ ਨੇ ਵਾਪਸ ਕਰਤੇ ਵੀ ਤੁਹਾਡੀ ਟਿਕਟ ਹੀ ਕੋਈ ਨਹੀਂ ਹੈਗੀ। ਉਹ ਵਿਚਾਰੇ ਐਮਬੈਸੀ 'ਚੋਂ ਬਾਹਰ ਆ ਗਏ ਆ, ਹੁਣ ਬਾਅਦ 'ਚੋਂ ਹੁਣ ਰਹਿ ਰਹੇ ਨੇ ਜਾ ਕੇ ਫਲੈਟਾਂ ਦੇ ਵਿੱਚ। ਪਰੇਸ਼ਾਨੀਆਂ ਦਾ ਆਲਮ ਉਹਨਾਂ ਦੇ ਉੱਤੇ ਟੁੱਟਿਆ ਪਿਆ ਵਾ, ਕਿਉਂਕਿ ਉਹਨਾਂ ਐਮਬੈਸੀ ਨੇ ਆਪਣੇ ਤੋਂ ਗਾੜਾ ਛੁਟਕਾ ਲਿਆ ਨਾ ਕਿ ਬੱਚੇ ਚਲੋ ਬਾਹਰ ਕੱਢਤੇ ਤਰੀਕੇ ਨਾਲ ਕਿ ਤੁਹਾਨੂੰ ਕੀਪ ਰਾਹੀਂ ਟ੍ਰੇਨ ਰਾਹੀਂ ਤੁਸੀਂ ਨਿਕਲ ਜਾਓ ਇੱਥੋਂ। ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਬੱਚੇ ਜਿਹੜੇ ਸਾਡੇ ਪੰਜਾਬ ਦੇ ਨੇ, ਪੰਜਾਬ ਦੇ ਬਹਾਦਰ ਬੱਚੇ ਨੇ, ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ, ਘਬਰਾਓ ਨਾ, ਤੁਸੀਂ ਪੈਨਿਕ ਨਾ ਹੋ। ਥੋੜ੍ਹੇ ਹਾਲਾਤ ਕਈ ਵਾਰੀ ਜਦੋਂ ਮਾੜੇ ਹੁੰਦੇ, ਉਹਦੇ 'ਚ ਆਪਾਂ ਨੂੰ ਉਹਦਾ ਇੱਕ ਵਿਉਂਤਬੰਦੀ ਕਰੋਗੇ, ਆਪਾਂ ਕਿਵੇਂ ਨਜਿੱਠਣਾ ਹੈ, ਘੱਟ ਖਾ ਕੇ ਕਿਵੇਂ ਗੁਜ਼ਾਰਾ ਕਰਨਾ ਆ, ਕਿਵੇਂ ਘੱਟ ਪਾਣੀ ਵਰਤਣਾ ਹੈ। ਕਿਉਂਕਿ ਦੇਖੋ ਬੱਚਿਓ, ਅੱਜ ਤੁਹਾਡੇ ਮਾਂ-ਬਾਪ ਵੀ ਇੱਥੇ ਪਰੇਸ਼ਾਨ ਨੇ, ਤੁਸੀਂ ਵੀ ਇੱਥੇ ਪਰੇਸ਼ਾਨ ਜੀ, ਪਰ ਇਹਦਾ ਇੱਕ ਹੀ ਤਰੀਕਾ ਕਿ ਤੁਸੀਂ ਜਿੰਨਾ ਚਿਰ ਜੰਗ ਬੰਦ ਨਹੀਂ ਹੁੰਦੀ, ਤੁਸੀਂ ਕਿਸੇ ਦੇ ਆਖੇ ਲੱਗਿਆ ਆਪਣੀ ਜਗ੍ਹਾ ਨਾ ਛੱਡਿਓ। ਜੇ ਤੁਸੀਂ ਸੇਫ ਜਗ੍ਹਾ ਤੇ ਜੇ ਜਾਨ ਬਚੂਗੀ ਤਾਂ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ, ਪਰ ਜੇ ਕਿਸੇ ਦੇ ਆਖੇ ਤੁਸੀਂ ਬਾਹਰ ਨਿਕਲ ਗਏ,
ਹੁਣ ਦੋਵਾਂ ਫੌਜਾਂ ਦਾ ਟਕਰਾਅ ਆ, ਉਹ ਫੌਜਾਂ ਦੇ ਟਕਰਾਅ 'ਚ ਪਤਾ ਨਹੀਂ ਕਿਹਨੂੰ ਕਿਹੜਾ ਤੁਹਾਨੂੰ ਕਿਸ ਅੱਖ ਨਾਲ ਵੇਖੇ ਉਹ ਨੁਕਸਾਨ ਕਰਦੇ, ਉਹ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ। ਸੋ ਕਿਰਪਾ ਕਰਕੇ ਉੱਥੇ ਰਹੋ। ਬਾਕੀ ਅਸੀਂ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਸਾਰੇ ਜਿੰਨੇ ਵੀ ਮੇਰੇ ਨਾਲ ਸਾਥੀ ਨੇ ਪੰਜਾਬ ਵਾਲੇ, ਅਸੀਂ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਉਹਨਾਂ ਨੂੰ ਚਿੱਠੀ ਪਾਤੀ ਹੈ ਕਿ ਸਾਨੂੰ ਮਿਲੋ, ਨਹੀਂ ਮਿਲਣਗੇ ਤਾਂ ਅਸੀਂ ਇਹਨਾਂ ਦੇ ਬਾਹਰ ਵੀ ਧਰਨਾ ਸ਼ੁਰੂ ਕਰਾਂਗੇ। ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਹੈ ਨਾ, ਇਹਨੂੰ ਘੇਰਾਂਗੇ। ਜਿਸ ਸਿਮਰਜੀਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਲਗਾਤਾਰ ਹੀ ਕਿ ਜੇ ਤੁਸੀਂ ਉੱਥੋਂ ਦਾ ਲੂਣ ਖਾਦਾ ਤੇ ਭਾਰਤੀ ਲੋਕਾਂ ਨੂੰ ਉਹਨਾਂ ਨਾਲ ਮੁਕਾਬਲਾ ਕਰਨਾ ਚਾਹੀਦਾ, ਉਹਨੂੰ ਕਿਸ ਤਰ੍ਹਾਂ ਦੇਖਦੇ? ਮਾਵਾਂ ਬੈਠੀਆਂ, ਉਹਨਾਂ ਕੋਲ ਸਿਮਰਜੀਤ ਮਾਨ ਦਾ ਬਿਆਨ ਲੈ ਲਓ, ਉਦੋਂ ਦਾ ਜਵਾਬ ਉਹਨਾਂ ਨੇ ਦੇਣਾ ਹੈ। ਇਹ ਭਰਤੀ ਹੋਣ ਗਏ ਸੀ, ਡਾਕਟਰੀ ਕਰਨ ਗਏ ਸੀ, ਜੇ ਤੇ ਫੌਜ 'ਚ ਭਰਤੀ ਹੋਣ ਗਏ ਜਾਂ ਇਹਨਾਂ ਨੇ ਲਾਹਾ ਲਿਆ ਉਸ ਕੰਟਰੀ ਤੋਂ, ਇਹ ਤਾਂ ਕਹਿ ਸਕਦੇ ਜੀ। ਪਰ ਜਿਹੜੇ ਬੰਦੇ ਉਹਦੀ ਇਕਨੋਮੀ ਚਲਾਉਂਦੇ, ਜਿਹਨਾਂ ਕਰੋੜ ਰੁਪਈਆ ਉਸ ਕੰਟਰੀ ਨੂੰ ਦਿੱਤਾ, ਉੱਥੇ ਲਿਖਿਆ ਸੀ ਉਹਨਾਂ ਨੇ ਕਿ ਸਾਡੀ ਆਰਮੀ ਦਾ ਵੀ ਸਾਥ ਦਿਓ। ਉਹਨਾਂ ਦਾ ਨਮਕ ਨਹੀਂ ਖਾਦਾ, ਉਹਨਾਂ ਨੂੰ ਨਮਕ ਖਵਾਇਆ ਇੰਡੀਅਨ ਨੇ। ਉਹ ਆਪਣੀ ਗੱਲ ਦਾ ਜਿਹੜੇ ਉਹ ਕੰਟਰੀ ਆ, ਉਹ ਘੱਟੋ ਘੱਟ ਜਿਹੜਾ ਨਮਕ ਇੰਡੀਆ ਨੇ ਖਵਾਇਆ ਉਹਦਾ ਹੀ ਮੋੜ ਦੇਣ ਵੀ ਬੱਚੇ ਜਿਹੜੇ ਮਾਂ ਪਿਓ ਦਾ, ਉਹ ਮਾਂ ਨੂੰ ਪੁੱਛੋ ਕਿ ਬੱਚਾ ਨੇ ਜੰਗ 'ਚ ਭਰਤੀ ਕਰਨ ਲਈ ਭੇਜਿਆ ਸੀ। ਮਾਨ ਸਾਹਿਬ ਕੋਹਾਂ ਦੂਰ ਗੱਲ ਕਰਦੇ ਨੇ, ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮਾਂ ਦੇ ਦਿਲ ਦਾ ਟੁੱਟਾ ਪੁੱਛੋ, ਸਾਰੀਆਂ ਦੇ ਅੱਖਾਂ 'ਚ ਅਥਰੂ ਨੇ ਜਿੰਨੀਆਂ ਮਾਵਾਂ ਇੱਥੇ ਬੈਠੀਆਂ, ਦੇਖਿਆ ਨਹੀਂ ਜਾਂਦਾ। ਮੈਨੂੰ ਪੁੱਛੋ ਮੇਰੀ ਬੇਟੀ ਇਹਨਾਂ ਨੂੰ ਪੁੱਛੋ ਇਹ ਕੀ ਬੇਟੀ ਨੂੰ ਹਥਿਆਰ ਦੇਣ ਨਹੀਂ ਭੇਜਿਆ? ਸਿਮਰਜੀਤ ਮਾਨ ਨੂੰ ਨਹੀਂ, ਜਿਹੜੇ ਇਹ ਤੱਥਾਂ ਤੋਂ ਦੂਰ ਦੀਆਂ ਗੱਲਾਂ। ਅੰਮ੍ਰਿਤਸਰ ਦਰਪਣ ਟੀਵੀ ਤੋਂ ਸਵਾਏ ਮਾਨ ਦੀ ਵਿਸ਼ੇष रिपोर्ट। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।